Good morning, dear students. Today we will discuss the next topic, that is the nephrons. 10th ਦੇ ਵਿੱਚ ਵੀ ਤੁਸੀਂ ਥੋੜਾ ਜਿਹਾ ਇਹਦੇ ਬਾਰੇ ਪੜ੍ਹਿਆ ਸੀਗਾ। ਤਾਂ ਨੈਫਰੋਨਸ ਕੀ ਹੁੰਦੇ ਹੈਗੇ ਨੇ? ਕਿਡਨੀ ਦਾ ਜਿਹੜਾ ਕਿ ਸਟਰਕਚਰਲ ਤੇ ਫੰਕਸ਼ਨਲ ਯੂਨਿਟ ਹੁੰਦਾ ਹੈਗਾ। ਦੈਟ ਇਜ਼ ਦਾ ਸਟਰਕਚਰਲ ਐਂਡ ਦਾ ਫੰਕਸ਼ਨਲ ਯੂਨਿਟ। ਕਿ ਜੋ ਵੀ ਆਪਾਂ ਕਹਿੰਦੇ ਕਿ ਯੂਰੀਨ ਦੀ ਫਾਰਮੇਸ਼ਨ ਹੋਣੀ ਹੈਗੀ ਹੈ, ਜੋ ਵੀ ਕਿਡਨੀ ਨੇ ਜੋ ਵੀ ਆਪਣੇ ਕੋਲੇ ਬਲੱਡ ਦੇ ਵਿੱਚ ਕੀ ਆ ਨਾਈਟ੍ਰੋਜਨਸ ਵੇਸਟ ਮਟੀਰੀਅਲ ਨੇ ਉਹਨਾਂ ਨੂੰ ਰਿਮੂਵ ਕਰਨਾ ਹੈਗਾ। ਲੇਕਿਨ ਕਿਹਦੇ ਫੰਕਸ਼ਨ ਨਾਲ ਕਰਨਾ ਹੈਗਾ? ਨੈਫਰੋਨਸ ਦੇ ਦੁਆਰਾ। ਔਰ ਹਰ ਇੱਕ ਕਿਡਨੀ ਦੇ ਵਿੱਚ, ਦੋਨੋਂ ਕਿਡਨੀ ਦੇ ਵਿੱਚੋਂ ਇੱਕ ਕਿਡਨੀ ਦੇ ਵਿੱਚ ਕੀ ਆ ਘੱਟੋ ਘੱਟ 1 ਮਿਲੀਅਨ ਜਿਹੜੇ ਕੀ ਆ ਨੈਫਰੋਨਸ ਪਾਏ ਜਾਂਦੇ ਹੈਗੇ ਨੇ। ਨੈਕਸਟ ਆ ਬੇਟਾ ਆਪਣੇ ਕੋਲ ਸਟਰਕਚਰ ਆਫ ਨੈਫਰੋਨ। ਤਾਂ ਸਟਰਕਚਰ ਆਫ ਨੈਫਰੋਨ ਕਿ ਇਟ ਕੰਸਿਸਟ 2 ਪਾਰਟਸ ਦੇ ਵਿੱਚ ਡਿਵਾਈਡ ਹੁੰਦਾ ਹੈਗਾ। ਮੈਲਪੀਜ਼ੀਅਨ ਜਿਹੜਾ ਕਿ ਕਾਰਪਸਲਸ ਹੁੰਦਾ ਤੇ ਰੀਨਲ ਟਬਿਊਲ ਹੁੰਦੇ ਹੈਗੇ ਨੇ। ਨੈਕਸਟ ਜਿਹੜਾ ਮੈਲਪੀਜ਼ੀਅਨ ਕਾਰਪਸਲ ਹੈ, ਇਟ ਕੰਪਰਾਈਜ਼ਸ 2 ਚੀਜ਼ਾਂ ਤੋਂ ਮਿਲ ਕੇ ਬਣਦਾ ਹੈਗਾ, ਗਲੋਮੈਰੂਲਸ ਤੇ ਬੋਮੈਨਸ ਕੈਪਸੂਲ। ਆ ਬੇਟਾ ਆਪਣੇ ਕੋਲੇ ਕੀ ਆ? ਦੈਟ ਇਜ਼ ਦਾ ਬੋਮੈਨਸ ਕੈਪਸੂਲ ਹੈ। ਠੀਕ ਹੈ। ਆ ਜਿਹੜਾ ਅੰਦਰ ਇਹਦੇ ਜਿਹੜਾ ਕਿ ਜੋ ਮਟੀਰੀਅਲ ਪਾਇਆ ਜਾਂਦਾ ਹੈਗਾ, ਦੈਟ ਇਜ਼ ਨੋਨ ਐਜ਼ ਦਾ ਟਫਟ ਆਫ ਕੈਪਿਲਰੀਜ਼, ਦੈਟ ਇਜ਼ ਦਾ ਗਲੋਮੈਰੂਲਸ। ਇਹਨੂੰ ਅਸੀਂ ਕੀ ਆ ਗਲੋਮੈਰੂਲਸ ਦਾ ਨਾਮ ਦਿੰਦੇ ਹੈਗੇ। ਤਾਂ ਸਭ ਤੋਂ ਪਹਿਲਾਂ ਬੇਟਾ ਆਪਾਂ ਗੱਲ ਕਰਦੇ ਗਲੋਮੈਰੂਲਸ ਦੀ। ਇਟ ਇਜ਼ ਦਾ ਟਫਟ ਆਫ ਕੈਪਿਲਰੀਜ਼। ਕੈਪਿਲਰੀਜ਼ ਦਾ ਮਤਲਬ ਕੀ ਹੁੰਦਾ ਹੈਗਾ? ਜੋ ਆਪਣੇ ਕੋਲ ਆਰਟਰੀਜ਼ ਅਤੇ ਵੇਨਸ ਥੋੜ੍ਹੀਆਂ ਕੀ ਆ ਘੱਟ ਡਾਇਆਮੀਟਰ ਦੀਆਂ ਜਿਹੜੇ ਕਿ ਬਲੱਡ ਵੈਸਲਸ ਹੁੰਦੀਆਂ ਨੇ, ਉਹਨਾਂ ਨੂੰ ਕੈਪਿਲਰੀਜ਼ ਕਿਹਾ ਜਾਂਦਾ। ਟਫਟ ਆਫ ਕੈਪਿਲਰੀਜ਼ ਗੁੱਛਾ ਹੁੰਦਾ ਹੈਗਾ ਕੈਪਿਲਰੀਜ਼ ਦਾ। ਬਲੱਡ ਜਿਹੜਾ ਕਿ ਐਂਟਰ ਕਰਦਾ ਹੈਗਾ ਗਲੋਮੈਰੂਲਸ ਦੇ ਵਿੱਚ, ਜਿਹਦੇ ਵਿੱਚ ਥਰੂ ਐਨ ਐਫਰੈਂਟ ਆਰਟਰੀਓਲ ਐਂਡ ਲੀਵਸ ਥਰੂ ਦਾ ਈਫਰੈਂਟ ਆਰਟਰੀਓਲ। ਕੀ ਫ਼ਰਕ ਹੁੰਦਾ ਬੇਟਾ ਆਪਣੇ ਕੋਲ ਐਫਰੈਂਟ ਅਤੇ ਈਫਰੈਂਟ ਜਿਹੜਾ ਕਿ ਆਰਟਰੀਓਲਸ ਆ ਦਿਖਾਇਆ ਹੋਏਗਾ ਕਿ ਇੱਧਰੋਂ ਬਲੱਡ ਨੇ ਜਿਹੜਾ ਕੀ ਆ ਐਂਟਰ ਕਰਨਾ ਹੈਗਾ ਪਿਓਰੀਫਿਕੇਸ਼ਨ ਵਾਸਤੇ। ਜੋ ਵੀ ਮਟੀਰੀਅਲਸ ਨੇ ਉਹ ਸਾਰੇ ਦੇ ਸਾਰੇ ਜਿਹੜੇ ਆਪਾਂ ਕਹਿੰਦੇ ਕਿ ਇਹਨੇ ਅਬਜ਼ੋਰਬ ਕਰ ਲੈਣੇ ਹੈਗੇ ਨੇ, ਔਰ ਸਾਫ਼ ਖੂਨ ਨੂੰ ਜਿਹੜਾ ਕੀ ਆ ਇਸ ਆਰਟਰੀਓਲ ਰਾਹੀਂ ਜਿਹੜਾ ਕੀ ਆ ਅੱਗੇ ਜਿਹੜਾ ਕੀ ਆ ਵੇਨਸ ਤੱਕ ਜਿਹੜਾ ਕਿ ਪਾਸ ਔਨ ਕਰਨਾ ਹੈਗਾ। ਐਫਰੈਂਟ ਅਤੇ ਈਫਰੈਂਟ ਦਾ ਕੀ ਫ਼ਰਕ ਹੈ ਕਿ ਜਦੋਂ ਕੀ ਆ ਬਲੱਡ ਕੀ ਆ ਜਾਂਦਾ ਹੈਗਾ ਨੈਫਰੋਨਸ ਦੇ ਵਿੱਚ, ਤਾਂ ਉਹਦੇ ਵਿੱਚ ਜਿਹੜਾ ਕੀ ਆ ਜਿਹੜੀ ਟਿਊਬ ਨੂੰ ਲੈ ਕੇ ਜਾਂਦੀ ਹੈ, ਆਰਟਰੀਓਲ ਲੈ ਕੇ ਜਾਂਦੇ ਨੇ, ਉਹਦਾ ਡਾਇਆਮੀਟਰ ਜਿਹੜਾ ਕੀ ਆ ਜ਼ਿਆਦਾ ਹੁੰਦਾ ਹੈਗਾ। ਲੇਕਿਨ ਪਿਓਰ ਬਲੱਡ ਦਾ ਡਿਫਰੈਂਟ ਬਾਡੀ ਪਾਰਟਸ ਤੱਕ ਜਲਦੀ ਪਹੁੰਚਣਾ ਹੁੰਦਾ ਹੈਗਾ, ਜਿਹਦੇ ਕਰਕੇ ਜਿੰਨਾ ਡਾਇਆਮੀਟਰ ਘੱਟ ਹੋਊਗਾ ਉਹਨਾਂ ਬਲੱਡ ਦਾ ਪ੍ਰੈਸ਼ਰ ਜਿਹੜਾ ਕਿ ਜ਼ਿਆਦਾ ਹੋਊਗਾ। ਹੁਣ ਆਪਾਂ ਇੱਕ ਸਿੰਪਲ ਐਗਜ਼ਾਮਪਲ ਲੈ ਲੈਂਦੇ ਬੇਟਾ ਕਿ ਜਿਹੜੇ ਆਪਣੇ ਘਰਾਂ ਦੇ ਵਿੱਚ ਕੀ ਪਾਣੀ ਵਾਲੀ ਜਿਹੜੀ ਕਿ ਪਾਈਪ ਹੁੰਦੀ ਹੈਗੀ, ਅਗਰ ਅਸੀਂ ਸਿੰਪਲ ਪਾਣੀ ਛੱਡਦੇ ਹਾਂ ਤਾਂ ਜ਼ਿਆਦਾ ਦੂਰ ਤੱਕ ਨਹੀਂ ਜਾਂਦਾ ਹੈਗਾ। ਲੇਕਿਨ ਅਗਰ ਉਸਨੂੰ ਕੀ ਅਸੀਂ ਸਕਵੀਜ਼ ਕਰ ਦਿੰਦੇ ਹੈਗੇ ਹਾਂ, ਉਹਦਾ ਵੋਲੀਅਮ ਘਟਾ ਦਿੰਦੇ ਹਾਂ, ਤਾਂ ਕਿੰਨੇ ਪ੍ਰੈਸ਼ਰ ਦੇ ਨਾਲ ਜਿਹੜਾ ਕਿ ਵਾਟਰ ਆ ਉਹ ਜਾਂਦਾ ਹੈਗਾ, ਕਿੰਨੀ ਦੂਰ ਤੱਕ ਜਾਂਦਾ। ਸੇਮ ਇਹੀ ਪ੍ਰੋਸੀਜਰ ਆ ਕਿ ਇੱਥੋਂ ਬਲੱਡ ਜਿਹੜਾ ਕਿ ਸਲੋਲੀ ਆਉਂਦਾ ਹੈਗਾ, ਜਿਹਦੇ ਕਰਕੇ ਐਫਰੈਂਟ ਆਰਟਰੀਓਲ ਜਿਹੜੀ ਕਿ ਹੈਲਪ ਕਰਦੀ ਹੈ, ਜਿਹਦਾ ਡਾਇਆਮੀਟਰ ਜਿਹੜਾ ਕਿ ਜ਼ਿਆਦਾ ਹੁੰਦਾ ਹੈਗਾ। ਪਿਓਰੀਫਿਕੇਸ਼ਨ ਤੋਂ ਬਾਅਦ ਕਿ ਬਲੱਡ ਨੇ ਡਿਫਰੈਂਟ ਬਾਡੀ ਪਾਰਟਸ ਤੱਕ ਜਾਣਾ, ਤੇਜ਼ੀ ਨਾਲ ਜਾਣਾ ਹੈਗਾ, ਤਾਂ ਉਹਨਾਂ ਨੂੰ ਅਸੀਂ ਈਫਰੈਂਟ ਆਰਟਰੀਓਲ ਕਹਿੰਦੇ ਹੈਗੇ ਆ, ਜਿਹਦਾ ਆਪਣੇ ਕੋਲ ਕੀ ਆ ਵੋਲੀਅਮ ਜਿਹੜਾ ਕੀ ਆ ਇਹਦੇ ਨਾਲੋਂ ਘੱਟ ਹੁੰਦਾ ਹੈਗਾ। ਨੈਕਸਟ ਆ ਬੇਟਾ ਗਲੋਮੈਰੂਲਸ ਫਿਲਟਰੇਸ਼ਨ ਟੇਕਸ ਪਲੇਸ ਇਨ ਦਾ ਗਲੋਮੈਰੂਲਸ। ਗਲੋਮੈਰੂਲਸ ਫਿਲਟਰੇਸ਼ਨ ਦਾ ਮਤਲਬ ਕੀ ਆ? ਜਿੰਨੇ ਵੀ ਬਲੱਡ ਦੇ ਵਿੱਚ ਜਿਹੜੇ ਕੀ ਆ ਅਨਵਾਂਟਿਡ ਮਟੀਰੀਅਲਸ ਨੇ, ਨਾਈਟ੍ਰੋਜਨਸ ਜਿਹੜੇ ਕੀ ਆ ਵੇਸਟ ਹੈਗੇ ਨੇ, ਉਹਨਾਂ ਨੇ ਸਾਰਿਆਂ ਨੇ ਕੀ ਆ ਇਸ ਜਗ੍ਹਾ ਦੇ ਉੱਪਰ ਜਿਹੜਾ ਕਿ ਫਿਲਟਰ ਹੋਣਾ ਹੈਗਾ। ਤਾਂ ਸਭ ਤੋਂ ਪਹਿਲਾਂ ਸੈਕਿੰਡ ਹੈ ਬੇਟਾ ਆਪਣੇ ਕੋਲੇ ਬੋਮੈਨਸ ਕੈਪਸੂਲ, ਦੈਟ ਇਜ਼ ਦਾ ਬੋਮੈਨਸ ਕੈਪਸੂਲ। ਤਾਂ ਬੋਮੈਨਸ ਕੈਪਸੂਲ ਕੀ ਆ? ਇਟ ਇਜ਼ ਅ ਡਬਲ ਲੇਅਰਡ ਕੱਪ ਸ਼ੇਪਡ ਸਟਰਕਚਰ ਹੈਗੀ ਆ। ਦ ਲਿਊਮਨ ਆਫ ਦਾ ਕੈਪਸੂਲ, ਲਿਊਮਨ ਦਾ ਮਤਲਬ ਕੀ ਹੁੰਦਾ? ਖਾਲੀ ਜਗ੍ਹਾ। ਕੰਟੀਨਿਊਸ ਵਿਦ ਦਾ ਨੈਰੋ ਲਿਊਮਨ ਆਫ ਦਾ ਰੀਨਲ ਟਬਿਊਲ। ਆਪਣੇ ਕੋਲੇ ਕੀ ਆ ਕੈਪਸੂਲ ਹੈ, ਇਸ ਤੋਂ ਬਾਅਦ ਕਿ ਇੱਕ ਟਿਊਬ ਜਿਹੜੀ ਕਿ ਸਟਾਰਟ ਹੋ ਜਾਂਦੀ ਹੈ। ਤਾਂ ਉਹ ਕਹਿੰਦਾ ਕਿਹੜਾ ਆਪਣੇ ਕੋਲੇ ਕੀ ਆ ਬੋਮੈਨਸ ਕੈਪਸੂਲ ਹੈ, ਉਹ ਕਹਿੰਦਾ ਅੱਗੇ ਕੰਟੀਨਿਊ ਕਰਦਾ ਹੈਗਾ ਇੱਕ ਟਬਿਊਲ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਰੀਨਲ ਟਬਿਊਲਸ ਕਹਿੰਦੇ ਹਾਂ। ਰੀਨਲ ਦਾ ਮਤਲਬ ਕਿ ਬਾਇਓਲੋਜੀਕਲ ਨੇਮ ਆਫ ਦਾ ਕਿਡਨੀ। ਸੋ ਨੈਕਸਟ ਬਟ ਆਪਣੇ ਕੋਲੇ ਕੀ ਆ ਲੇਅਰ ਆਫ ਦਾ ਬੋਮੈਨਸ ਕੈਪਸੂਲ ਆਰ ਆਊਟਰ ਪੇਰੀਏਟਲ ਅਤੇ ਇਨਰ ਜਿਹੜੀ ਕੀ ਆ ਵਿਸਰਲ ਹੁੰਦੀ ਹੈਗੀ ਹੈ। ਪੇਰੀਏਟਲ ਲੇਅਰ ਜਿਹੜੀ ਕਿ ਆ ਸੈਕੂਮਸ ਸੈਲਸ ਦੀ ਬਣੀ ਹੁੰਦੀ ਹੈਗੀ ਹੈ, ਜਿਹੜੀ ਆਪਣੇ ਕੋਲੇ ਕੀ ਕੰਪੋਜ਼ਡ ਆਫ ਦਾ ਸਪੈਸ਼ਲ ਆਫ ਵਿਸਰਲ ਲੇਅਰ ਕੰਪੋਜ਼ਡ ਆਫ ਸਪੈਸ਼ਲ ਟਾਈਪ ਆਫ ਸੈੱਲ, ਜਿਨ੍ਹਾਂ ਨੂੰ ਪੋਡੋਸਾਈਟਸ ਕਹਿੰਦੇ ਹੈਗੇ। ਆ ਮੈਂ ਦਿਖਾਉਣੀ ਬੇਟਾ ਤੁਹਾਡੇ ਕੋਲੇ ਆਹ ਸਭ ਤੋਂ ਜਿਹੜੀ ਕਿ ਆਪਣੇ ਕੋਲ ਆਊਟਰ ਮੋਸਟ ਲੇਅਰ ਹੈ, ਜਿਹਨੂੰ ਪੇਰੀਏਟਲ ਕਿਹਾ ਜਾਂਦਾ, ਪੇਰੈਂਟਲ ਕਹਿੰਦੇ ਹੈਗੇ।
ਇਹ ਸੈਕੂਮਸ ਸਿੰਪਲ ਜਿਹੜੇ ਕਿ ਸੈੱਲ ਹੁੰਦੇ ਹੈਗੇ ਨੇ ਉਹਨਾਂ ਦੀ ਬਣੀ ਹੁੰਦੀ ਹੈਗੀ। ਔਰ ਜਿਹੜੀ ਇਨਰ ਲੇਅਰ ਹੁੰਦੀ ਹੈਗੀ ਬੇਟਾ ਦੈਟ ਇਜ਼ ਨੋਨ ਐਜ਼ ਦਾ ਵਿਸਰਲ ਲੇਅਰ, ਜਿਹੜੀ ਆਪਾਂ ਕਹਿੰਦੇ ਹੈਗੇ ਆ ਕਿ ਆ ਅਟੈਚ ਕਰਦੀ ਆ ਬੋਡੀ ਦੇ ਪਾਰਟ ਦੇ ਨਾਲ। ਇਹਦੇ ਵਿੱਚ ਕੀ ਆ ਖਾਸ ਤਰ੍ਹਾਂ ਦੇ ਸੈੱਲ ਹੁੰਦੇ ਹੈਗੇ ਨੇ ਜਿਨ੍ਹਾਂ ਨੂੰ ਪੋਡੋਸਾਈਟਸ ਕਿਹਾ ਜਾਂਦਾ ਹੈਗਾ। ਪੋਡੋਸਾਈਟ ਦਾ ਮਤਲਬ ਕੀ ਹੁੰਦਾ ਹੈਗਾ, ਜਿਸ ਤਰੀਕੇ ਨਾਲ ਪੈਰ ਹੁੰਦੇ ਨੇ ਉਸ ਤਰੀਕੇ ਦੇ ਸਪੈਸ਼ਲ ਟਾਈਪ ਆਫ ਸੈੱਲਸ ਹੁੰਦੇ ਨੇ ਜਿਨ੍ਹਾਂ ਦੀ ਜਿਹੜੇ ਕਿ ਇਹ ਬਣੀ ਹੁੰਦੀ ਹੈਗੀ ਹੈ। ਨੈਕਸਟ ਆ ਬੇਟਾ ਆਪਣੇ ਕੋਲੇ ਦੈਟ ਇਜ਼ ਦਾ ਫੰਕਸ਼ਨਲ ਸਟਰਕਚਰ ਆਫ ਦਾ ਗਲੋਮੈਰੂਲਸ। ਇਹ ਤਾਂ ਆਪਣੇ ਕੋਲੇ ਕੀ ਉਹਦੀ ਸਟਰਕਚਰ ਸੀਗੀ ਕਿ ਆਪਣੇ ਕੋਲੇ ਕੀ ਬੋਮਨ ਕੈਪਸੂਲ ਹੁੰਦਾ ਹੈਗਾ ਜਿਹਦੇ ਵਿੱਚ 2 ਲੇਅਰ ਹੁੰਦੀਆਂ ਨੇ। ਆਊਟਰ ਨੂੰ ਪੇਰੀਏਟਲ ਲੇਅਰ ਕਿਹਾ ਜਾਂਦਾ ਹੈਗਾ ਜਿਹੜੀ ਸੈਕੂਮਸ ਐਪੀਥੀਲੀਅਮ ਦੀ ਬਣੀ ਹੁੰਦੀ ਆ। ਇਨਰ ਨੂੰ ਵਿਸਟਰ ਲੇਅਰ ਕਿਹਾ ਜਾਂਦਾ ਹੈਗਾ ਜਿਹਦੇ ਵਿੱਚ ਕੀ ਸਪੈਸ਼ਲ ਟਾਈਪ ਆਫ ਸੈੱਲਸ ਹੁੰਦੇ ਨੇ ਜਿਨ੍ਹਾਂ ਨੂੰ ਕੀ ਪੋਡੋਸਾਈਟਸ ਕਿਹਾ ਜਾਂਦਾ ਹੈਗਾ। ਔਰ ਬੋਮਨਸ ਕੈਪਸੂਲ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ ਹੈਗਾ, ਗਲੋਮੈਰੂਲਸ ਪ੍ਰੈਜ਼ੈਂਟ ਹੁੰਦਾ ਹੈਗਾ ਦੈਟ ਇਜ਼ ਦਾ ਟਫਟ ਆਫ ਕੈਪਿਲਰੀਜ਼। ਐਫਰੈਂਟ ਆਰਟਰੀਓਲਸ ਕੀ ਬਲੱਡ ਨੂੰ ਕਿ ਲੈ ਕੇ ਆਉਂਦੀਆਂ ਨੇ ਇਸ ਕੱਪ ਦੇ ਵਿੱਚ ਗਲੋਮੈਰੂਲਸ ਦੇ ਵਿੱਚ ਐਂਟਰ ਕਰਵਾਉਂਦੀਆਂ ਨੇ। ਜਿਹੜੀਆਂ ਇਫਰੈਂਟ ਆਰਟਰੀਓਲਸ ਹੁੰਦੀਆਂ ਨੇ ਉਹ ਬਲੱਡ ਨੂੰ ਜਿਹੜਾ ਕੀ ਆ ਲੀਵ ਕਰਦੀਆਂ ਹੈਗੀਆਂ ਨੇ ਇਸ ਕੱਪ ਦੇ ਵਿੱਚੋਂ। ਜਦੋਂ ਫਿਲਟਰੇਸ਼ਨ ਹੋ ਜਾਂਦੀ ਹੈ ਤਾਂ ਸਾਰੇ ਦਾ ਸਾਰਾ ਮਟੀਰੀਅਲ ਜਿਹੜਾ ਕਿ ਕਿੱਥੇ ਜਾਂਦਾ ਹੈਗਾ, ਰੀਨਲ ਟਿਊਬਿਊਲਸ ਦੇ ਵਿੱਚ ਜਾਂਦਾ ਹੈਗਾ, ਜਿਹਦੇ ਕਰਕੇ ਜਿਹੜਾ ਕਿ ਬੋਮਨਸ ਕੈਪਸੂਲ ਹੈ ਦੈਟ ਇਜ਼ ਕੰਟੀਨਿਊਸ ਵਿਦ ਦਾ ਰੀਨਲ ਟਿਊਬਿਊਲਸ ਦੇ ਨਾਲ ਜਿਹੜਾ ਕਿ ਅਟੈਚ ਹੋ ਜਾਂਦਾ ਹੈਗਾ। ਨੈਕਸਟ ਬੇਟਾ ਆਪਣੇ ਕੋਲ ਫੰਕਸ਼ਨਲ ਸਟਰਕਚਰ ਆਫ ਗਲੋਮੈਰੂਲਸ ਮੈਂਬਰੇਨ। ਇਟ ਹੈਜ਼ 3 ਲੇਅਰਸ ਦਾ ਐਂਡੋਥੀਲੀਅਮ। ਆਪਣੇ ਕੋਲੇ ਦਿਖਾਇਆ ਹੋਇਆ ਬੇਟਾ 3 ਲੇਅਰਸ ਹੁੰਦੀਆਂ ਨੇ। ਐਂਡੋਥੀਲੀਅਮ ਹੁੰਦੀ ਹੈ, ਬੇਸਮੈਂਟ ਮੈਂਬਰੇਨ ਹੁੰਦੀ ਹੈਗੀ ਆ, ਔਰ ਤੀਸਰੀ ਬੇਟਾ ਜਿਹੜਾ ਆਪਣੇ ਕੋਲੇ ਹੁੰਦੀ ਹੈ ਦੈਟ ਇਜ਼ ਦਾ ਐਪੀਥੀਲੀਅਮ ਲੇਅਰ ਹੁੰਦੀ ਹੈਗੀ। ਤੇ ਜਿਹੜੀ ਆਪਣੇ ਕੋਲੇ ਕੀ ਹੁੰਦੀ ਹੈ ਸਭ ਤੋਂ ਪਹਿਲਾਂ ਸਪੇਸ ਬਿਟਵੀਨ ਆ ਕੀ ਆ, ਸਭ ਤੋਂ ਆਊਟਰ ਮੋਸਟ ਲੇਅਰ ਆ ਦੈਟ ਇਜ਼ ਦਾ ਐਂਡੋਥੀਲੀਅਮ ਲੇਅਰ। ਐਂਡੋਥੀਲੀਅਮ ਜਿਹੜੀ ਲੇਅਰ ਹੁੰਦੀ ਆ ਇਹਦੇ ਵਿਚਕਾਰ ਬੇਟਾ ਛੋਟੇ ਛੋਟੇ ਜਿਹੜੇ ਕਿ ਪੋਰ ਹੁੰਦੇ ਹੈਗੇ ਨੇ ਜਿਨ੍ਹਾਂ ਦੇ ਵਿੱਚੋਂ ਦੀ ਜਿਹੜਾ ਕਿ ਮਟੀਰੀਅਲ ਜਿਹੜਾ ਕੀ ਆ ਫਿਲਟਰ ਰਿਸ ਕੇ ਅੰਦਰ ਜਾਂਦਾ ਹੈਗਾ। ਉਹ ਜਿਹੜੇ ਪੋਰਸ ਹੁੰਦੇ ਹੈਗੇ ਨੇ ਉਹਨਾਂ ਨੂੰ ਕੀ ਫਨੈਸਟਰਾ ਕਿਹਾ ਜਾਂਦਾ ਹੈਗਾ। ਉਸ ਤੋਂ ਬਾਅਦ ਕੀ ਬੇਟਾ ਬੇਸਮੈਂਟ ਮੈਂਬਰੇਨ ਹੁੰਦੀ ਹੈਗੀ ਹੈ ਜਿਹੜੀ ਆਪਣੇ ਕੋਲੇ ਕਿ ਜਿਸ ਤਰੀਕੇ ਨਾਲ ਟਾਇਲਸ ਹੁੰਦੀਆਂ ਨੇ ਇਸ ਤਰੀਕੇ ਨਾਲ ਸੈਲਸ ਜਿਹੜੀ ਕਿ ਪਰਫਾਰਮ ਅਪ ਹੁੰਦੀ ਹੈਗੀ ਹੈ। ਔਰ ਤੀਸਰੀ ਹੁੰਦੀ ਹੈ ਐਪੀਥੀਲੀਅਲ ਲੇਅਰ। ਜਿਹੜੀ ਐਪੀਥੀਲੀਅਲ ਲੇਅਰ ਹੁੰਦੀ ਹੈ ਉਹਦੇ ਵਿੱਚ ਬੇਟਾ ਸਪੈਸ਼ਲ ਟਾਈਪ ਆਫ ਸੈਲਸ ਲੱਗੇ ਹੁੰਦੇ ਹੈਗੇ ਨੇ ਜਿਨ੍ਹਾਂ ਨੂੰ ਪੋਡੋਸਾਈਟ ਕਿਹਾ ਜਾਂਦਾ। ਮੈਂ ਤੁਹਾਨੂੰ ਉੱਪਰ ਵੀ ਦੱਸਿਆ ਸੀਗਾ ਪੋਡੋਸਾਈਟ ਦਾ ਮਤਲਬ ਕੀ ਹੁੰਦਾ ਹੈਗਾ, ਜਿਸ ਤਰੀਕੇ ਨਾਲ ਕਿ ਪੈਰ ਹੁੰਦੇ ਨੇ ਉਸ ਤਰੀਕੇ ਦੀ ਸਟਰਕਚਰ ਜਿਹੜੀ ਕਿ ਸੈੱਲਾਂ ਦੀ ਹੁੰਦੀ ਹੈਗੀ ਹੈ। ਔਰ ਉਹਨਾਂ ਦੇ ਵਿਚਕਾਰ ਕਿ ਥੋੜ੍ਹੀ ਥੋੜ੍ਹੀ ਜਿਹੜੀ ਕਿ ਸਪੇਸ ਹੁੰਦੀ ਹੈਗੀ ਆ ਉਹ ਸਪੇਸ ਨੂੰ ਕਿ ਸਲਿੱਟ ਪੋਰ ਕਿਹਾ ਜਾਂਦਾ ਹੈਗਾ, ਜਿਹਦੇ ਰਾਹੀਂ ਜਿਹੜਾ ਆਪਾਂ ਕਹਿੰਦੇ ਹੈਗੇ ਕਿ ਫਿਲਟਰ ਹੈ ਜਿਹੜਾ ਬਲੱਡ ਹੈ ਉਹਦੇ ਵਿੱਚ ਜੋ ਵੀ ਫਿਲਟਰੇਟ ਮਟੀਰੀਅਲ ਹੈਗਾ ਕਹਿੰਦਾ ਸਾਰੇ ਦਾ ਸਾਰਾ ਕੀ ਆ ਛਣ ਕੇ ਜਿਹੜਾ ਆਪਣੇ ਕੋਲੇ ਕੀ ਆ ਰੀਨਲ ਟਿਊਬਿਊਲ ਆ ਉਹਦੇ ਅੰਦਰ ਜਿਹੜਾ ਕੀ ਆ ਪਾਸ ਔਨ ਹੁੰਦਾ ਹੈਗਾ। ਜਿਹੜੀ ਬੇਟਾ ਪਰਮੇਬਿਲਿਟੀ ਹੁੰਦੀ ਹੈਗੀ ਕਿ ਉਹਦੇ ਵਿੱਚ ਕਿੰਨੀ ਤਾਕਤ ਹੈਗੀ ਆ ਆਫ ਗਲੋਮੈਰੂਲਸ ਮੈਂਬਰੇਨ ਉਹ ਜਿਹੜੀ ਕੀ ਆ 100 to 500 ਟਾਈਮਸ ਆਮ ਕੈਪਿਲਰੀਜ਼ ਨਾਲੋਂ ਜ਼ਿਆਦਾ ਉਹਦੇ ਵਿੱਚ ਆਪਾਂ ਕਹਿੰਦੇ ਪਰਮੇਬਿਲਿਟੀ ਹੁੰਦੀ ਆ ਕਿ ਜ਼ਿਆਦਾ ਜਿਹੜੇ ਕਿ ਮਟੀਰੀਅਲਸ ਨੇ ਉਹਦੇ ਵਿੱਚੋਂ ਜਿਹੜੇ ਕਿ ਪਾਸ ਔਨ ਹੋ ਸਕਦੇ ਨੇ, ਉਹਨਾਂ ਨੂੰ ਅਲਾਓ ਕਰਦੀ ਹੈਗੀ ਆ ਫਿਲਟਰ ਕਰਨ ਵਾਸਤੇ ਐਜ਼ ਕੰਪੇਅਰ ਟੂ ਦਾ ਜਿਹੜੀਆਂ ਕਾਮਨ ਕੈਪਿਲਰੀਜ਼ ਹੁੰਦੀਆਂ ਹੈਗੀਆਂ ਨੇ। ਨੈਕਸਟ ਬੇਟਾ ਆਪਣੇ ਕੋਲ ਸਟਰਕਚਰ ਆ ਗਈ ਹੈਗੀ ਪ੍ਰੋਪਰਲੀ ਜਿਹੜੀ ਕਿ ਨੈਫਰੋਨਸ ਦੀ, ਕਿ ਇੱਥੇ ਤੱਕ ਆਪਾਂ ਗੱਲ ਕੀਤੀ ਸੀ ਸਿਰਫ ਕੀ ਆ ਆਪਾਂ ਸਿਰਫ ਇੱਕ ਗੱਲ ਕੀਤੀ ਸੀਗੀ ਮੈਲਪੀਜੀਅਨ ਟਿਊਬਿਊਲਸ ਦੀ। ਉਸ ਤੋਂ ਬਾਅਦ ਬੇਟਾ ਕੀ ਆ ਇਹਨੇ ਕਿ ਇੱਕ ਲੌਂਗੈਸਟ ਟਿਊਬ ਦੇ ਵਿੱਚ ਜਿਹੜਾ ਕੀ ਆ ਕਨਵਰਟ ਹੋਣਾ ਹੈਗਾ ਜਿਨ੍ਹਾਂ ਨੂੰ ਅਸੀਂ ਰੀਨਲ ਟਿਊਬਿਊਲਸ ਕਹਿੰਦੇ ਹੈਗੇ ਆ। ਜਿਹੜੀ ਟਿਊਬ ਕੀ ਆ ਬੋਮਨਸ ਕੈਪਸੂਲ ਦੇ ਬਿਲਕੁਲ ਟਰਮੀਨਲ ਟਿਪ ਦੇ ਉੱਪਰ ਹੁੰਦੀ ਹੈਗੀ ਆ ਉਹਨਾਂ ਨੂੰ ਪ੍ਰੋਕਸੀਮਲ ਕਨਵੋਲੇਟਿਡ ਟਿਊਬਿਊਲ ਕਿਹਾ ਜਾਂਦਾ ਹੈਗਾ। ਪ੍ਰੋਕਸੀਮਲ ਕਨਵੋਲੇਟਿਡ ਟਿਊਬਿਊਲ ਕੀ ਇਸ ਜਗ੍ਹਾ 'ਤੇ ਕੀ ਥਿਕਨੈਸ ਪਰਫਾਰਮ ਕਰਦੀ ਆ, ਉਸ ਤੋਂ ਬਾਅਦ ਕੀ ਥਿਨ ਹੋ ਜਾਂਦੀ ਹੈਗੀ ਆ ਜਿਹੜੀ ਆਪਾਂ ਕਹਿੰਦੇ ਵੋਲੀਅਮ ਘਟ ਜਾਂਦਾ ਹੈਗਾ, ਔਰ ਉਸ ਤੋਂ ਬਾਅਦ ਕਿ ਯੂ ਸ਼ੇਪ ਜਿਹੜਾ ਕਿ ਆਕਾਰ ਪਰਫਾਰਮ ਕਰਦੀ ਹੈਗੀ ਆ। ਜਿਹੜਾ ਯੂ ਸ਼ੇਪ ਹੁੰਦਾ ਉਹਨੂੰ ਕਿ ਲੂਪ ਆਫ ਹੀਨਲ ਕਿਹਾ ਜਾਂਦਾ ਹੈਗਾ। ਆ ਜਿਹੜਾ ਆਪਣੇ ਕੋਲੇ ਕੀ ਆ ਥਿਕਨੈਸ ਟੂ ਥਿਨਨੈਸ ਜਿਹੜੀ ਟਿਊਬ ਹੈ ਇੰਨੇ ਪਾਰਟ ਨੂੰ ਕੀ ਆ ਡਿਸੈਂਡਿੰਗ ਲਿੰਬ ਕਿਹਾ ਜਾਂਦਾ ਹੈਗਾ ਜਿਹੜੀ ਉੱਪਰ ਤੋਂ ਨੀਚੇ ਨੂੰ ਆਉਂਦੀ ਹੈਗੀ ਆ। ਉਸ ਤੋਂ ਬਾਅਦ ਬੇਟਾ ਕਿਹੜੀ ਕਿ ਲੂਪ ਆਫ ਹੀਨਲ ਫਿਰ ਦੁਬਾਰਾ ਜਿਹੜੀ ਕੀ ਚੌੜੀ ਹੋ ਜਾਂਦੀ ਹੈਗੀ ਆ, ਉਹਦਾ ਜਿਹੜਾ ਕਿ ਵੋਲੀਅਮ ਕੀ ਇਨਕਰੀਜ਼ ਹੋ ਜਾਂਦਾ ਹੈਗਾ, ਡਾਇਮੀਟਰ ਵੱਧ ਜਾਂਦਾ ਹੈਗਾ ਅਤੇ ਇਸ ਕਰਕੇ ਆਹ ਥਿਨ ਟਿਊਬ ਅਤੇ ਆਹ ਲੌਂਗੈਸਟ ਟਿਊਬ ਉਹਨੂੰ ਕੀ ਅਸੈਂਡਿੰਗ ਲਿੰਬ ਕਿਹਾ ਜਾਂਦਾ ਹੈਗਾ। ਅਸੈਂਡਿੰਗ ਦਾ ਮਤਲਬ ਫਰੋਮ ਲੋਅਰ ਟੂ ਦਾ ਹਾਇਰ ਪਾਰਟ। ਇਹ ਅਸੈਂਡਿੰਗ ਲਿੰਬ ਫਿਰ ਬੇਟਾ ਕਿ ਟਿਊਬਿਊਲ ਦੇ ਵਿੱਚ ਕਨਵਰਟ ਹੋ ਜਾਂਦੀ ਆ ਜਿਹਨੂੰ ਡਿਸਟਲ ਕਨਵੋਲੇਟਿਡ
ਟਬਿਊਲ ਕਿਹਾ ਜਾਂਦਾ ਹੈਗਾ। ਡਿਸਟਲ ਕਨਵੋਲੂਟਿਡ ਟਬਿਊਲ ਫਿਰ ਕੀ ਆ, ਇੱਕ ਲੌਂਗੈਸਟ ਟਬਿਊਲ ਦੇ ਵਿੱਚ ਕਨਵਰਟ ਹੋ ਜਾਂਦੀ ਆ, ਜਿਨ੍ਹਾਂ ਨੂੰ ਕਲੈਕਟਿੰਗ ਡਕਟ ਕਹਿੰਦੇ ਹੈਗੇ। ਇਹ ਕਲੈਕਟਿੰਗ ਡਕਟ ਕੀ ਕਰਦੀ ਆ, ਜੋ ਵੀ ਯੂਰਿਨ ਆ ਉਹਨੂੰ ਕੀ ਆ ਕਲੈਕਟ ਕਰਦੀ ਹੈਗੀ। ਅੱਜ ਜਿੰਨੇ ਵੀ ਆਪਣੇ ਕੋਲ ਬ੍ਰਾਂਚਿਸ ਦਿਖਾਈਆਂ ਹੋਈਆਂ ਨੇ, ਇਹ ਕਿਹੜੀਆਂ ਬੇਟਾ, ਹਰ ਇੱਕ ਨੈਫਰੋਨ ਇਹਦੇ ਨਾਲ ਆ ਕੇ ਜੁੜੂਗੀ, ਕਿਉਂਕਿ ਕਲੈਕਟਿੰਗ ਡਕਟ ਜਿਹੜੀ ਕਿ ਸਿੰਗਲ ਹੁੰਦੀ ਆ। ਅਤੇ ਆਪਾਂ ਗੱਲ ਕੀਤੀ ਸੀਗੀ ਕਿ 10 ਮਿਲੀਅਨ ਜਿਹੜੇ ਆਪਣੇ ਕੋਲ ਕੀ ਆ ਪ੍ਰੈਜੈਂਟ ਹੁੰਦੇ ਹੈਗੇ ਨੇ, ਜਿਹੜੀਆਂ ਨੈਫਰੋਨਸ ਹੁੰਦੇ ਨੇ। ਇਹਦਾ ਮਤਲਬ ਕਿ ਹਰ ਇੱਕ ਇਹਦੇ ਨਾਲ ਕਿ ਇੱਕ ਜਿਹੜਾ ਕਿ ਨੈਫਰੋਨ ਜਿਹੜਾ ਕਿ ਅਟੈਚ ਅਪ ਹੁੰਦਾ ਹੈਗਾ। ਕਲੈਕਟਿੰਗ ਡਕਟ ਫਿਰ ਅੱਗੇ ਜਾ ਕੇ ਬੇਟਾ ਕੀ ਆ, ਬਹੁਤ ਜ਼ਿਆਦਾ ਕੀ ਆ ਵਾਈਡਰ ਡਕਟ ਦੇ ਵਿੱਚ ਜਿਹੜੀ ਕੀ ਆ ਓਪਨ ਅਪ ਹੁੰਦੀ ਹੈਗੀ ਹੈ, ਜਿਹਨੂੰ ਡਕਟ ਆਫ ਬੈਲਨੀ ਕਹਿੰਦੇ ਹੈਗੇ ਆ। ਇਹ ਡਕਟ ਆਫ ਬੈਲਨੀ ਫਿਰ ਬੇਟਾ ਆਪਣੇ ਕੋਲ ਕੀ ਰੀਨਲ ਪੈਪਿਲਾ ਦੇ ਵਿੱਚ ਕਨਵਰਟ ਹੁੰਦੀ ਆ। ਉਸ ਤੋਂ ਬਾਅਦ ਕੀ ਆ ਯੂਰੇਟਰ ਦੇ ਨਾਲ ਜਿਹੜੀ ਕੀ ਆ ਅਟੈਚ ਅਪ ਹੋ ਜਾਂਦੀ ਹੈਗੀ। ਹੁਣ ਹੈਗਾ ਬੇਟਾ ਆਪਣੇ ਕੋਲ ਰੀਨਲ ਟਬਿਊਲ। ਇਟ ਕੰਸਿਸਟ ਕਰਦੀ ਆ ਪ੍ਰੋਕਸੀਮਲ ਕਨਵੋਲੂਟਿਡ ਟਬਿਊਲ। ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਹੈਗਾ ਕਿ ਆ ਆਪਣੇ ਕੋਲ ਕੀ ਆ ਪ੍ਰੋਕਸੀਮਲ ਕਨਵੋਲੂਟਿਡ ਟਬਿਊਲ ਹੈਗੀ ਆ। ਲੋਕੇਟਡ ਇਨਟੂ ਦਾ ਪ੍ਰੋਕਸੀਮਲ ਟਬਿਊਲ ਦੈਟ ਇਜ਼ ਲਾਈਨਡ ਬਾਏ cuboidal epithelium cells। cuboidal ਦਾ ਮਤਲਬ ਕਿ ਕਿਊਬ ਲਾਈਕ ਸਟਰਕਚਰ। ਬੀਅਰ ਮਾਈਕਰੋਵਿਲਾਈ। ਮਾਈਕਰੋਵਿਲੇ ਕੇ ਫਿੰਗਰ ਲਾਈਕ ਪ੍ਰੋਜੈਕਸ਼ਨ ਪਰ ਡਾਈਜੈਸਟਿਵ ਸਿਸਟਮ ਦੇ ਵਿੱਚ ਵੀ ਕੀਤੀਆਂ ਸੀਗੀਆਂ, ਅਤੇ ਇਹਦਾ ਫੰਕਸ਼ਨ ਵੀ ਸੇਮ ਹੁੰਦਾ ਦੈਟ ਇਨਕਰੀਜ਼ਿਜ਼ ਦਾ ਸਰਫੇਸ ਏਰੀਆ। ਇਹਦੇ ਸਰਫੇਸ ਏਰੀਆ ਨੂੰ ਜਿਹੜਾ ਕੀ ਆ ਇਨਕਰੀਜ਼ ਕਰਦੀ ਹੈਗੀ। ਨੈਕਸਟ ਆ ਗਿਆ ਬੇਟਾ ਆਪਣੇ ਕੋਲ ਲੂਪ ਆਫ ਫੀਨਲ। ਆ ਗਈ ਆਪਣੇ ਕੋਲ ਕੀ ਆ ਲੂਪ ਆਫ ਫੀਨਲ, ਜਿਹੜਾ ਆਪਣੇ ਕੋਲ ਯੂ ਸ਼ੇਪ ਜਿਹੜੀ ਕੀ ਆ ਪਰਫੋਰਮ ਅਪ ਕਰਦਾ ਹੈਗਾ। ਤਾਂ ਦੈਟ ਇਜ਼ ਇਟ ਸਟਾਰਟਸ ਐਟ ਦਾ ਐਂਡ ਆਫ ਦਾ ਪ੍ਰੋਕਸੀਮਲ ਕਨਵੋਲੂਟਿਡ ਟਬਿਊਲ। ਇਟ ਕੰਸਿਸਟ ਆਫ ਅ ਡਿਸੈਂਡਿੰਗ ਲਿੰਬ। ਡਿਸੈਂਡਿੰਗ ਆਪਾਂ ਕੀ ਗੱਲ ਕੀਤੀ ਸੀਗੀ, ਫਰੋਮ ਥਿੱਕਰ ਟੂ ਥਿਨਰ, ਐਂਡ ਅਸੈਂਡਿੰਗ ਲਿੰਬ ਫਰੋਮ ਥਿਨਰ ਟੂ ਥਿੱਕਰ ਜਿਹੜੀ ਕਿ ਟਿਊਬ ਹੁੰਦੀ ਹੈ। ਇਟ ਇਜ਼ ਆਲਸੋ ਲਾਈਨਡ ਬਾਏ ਕਬਿਊਡਲ ਐਪੀਥੀਲੀਅਮ ਹੈਵਿੰਗ ਮਚ ਲੈਸ ਮਾਈਕਰੋਵਿਲਾਈ। ਉਹਦੇ ਨਾਲੋਂ ਜਿਹੜੇ ਕੀ ਆ ਪ੍ਰੋਕਸੀਮਲ ਕਨਵੋਲੂਟਿਡ ਟਬਿਊਲ ਦੇ ਨਾਲੋਂ ਕੀ ਆ ਮਾਈਕਰੋਵਿਲਾਈ ਅਤੇ ਜਿਹੜਾ ਆਪਣੇ ਕੋਲ ਮਾਈਟੋਕੌਂਡਰੀਆ ਦੋਨੇ ਜਿਹੜੇ ਕੀ ਆ ਘੱਟ ਹੁੰਦੇ ਹੈਗੇ ਨੇ। ਨੈਕਸਟ ਆਪਣੇ ਕੋਲ ਡਿਸਟਲ ਕਨਵੋਲੂਟਿਡ ਟਬਿਊਲ, ਦੈਟ ਇਜ਼ ਦਾ ਡਿਸਟਲ ਕਨਵੋਲੂਟਿਡ ਟਬਿਊਲ ਹੁੰਦੀ ਹੈਗੀ। The thick segment of the ascending limb, ascending limb the thickest part open into the distal convoluted tubule. It is lined by cuboidal, same ਤਰ੍ਹਾਂ ਦੇ ਸੈੱਲ ਹੁੰਦੇ ਨੇ, having less microvilli. Terminal part of the distal convoluted tubule joins collecting duct. ਤੁਹਾਨੂੰ ਪਹਿਲਾਂ ਦੱਸਿਆ ਕਿਹਦੇ ਨਾਲ ਜੁਆਇਨ ਕਰਦਾ ਹੈਗਾ, collecting duct ਦੇ ਨਾਲ। The collecting duct lined by the columnar। ਕੋਲੂਮਨਰ ਦਾ ਮਤਲਬ ਕੀ ਹੁੰਦਾ, ਜਿਸ ਤਰੀਕੇ ਨਾਲ ਆਪਣਾ ਇੱਟ ਹੁੰਦੀ ਆ, ਲੰਬੇ ਹੁੰਦੇ ਨੇ, ਚੌੜੇ ਘੱਟ ਹੁੰਦੇ ਨੇ। ਕੋਲੂਮਨਰ ਐਪੀਥੀਲੀਅਮ ਸੈਲਸ ਦੀ ਬਣੀ ਹੁੰਦੀ ਆ। ਕਲੈਕਟਿੰਗ ਡਕਟ ਯੂਨਾਈਟ ਟੂ ਫਾਰਮ ਦਾ ਸਟਿਲ ਲਾਰਜਰ ਡਕਟ, ਜਿਹਨੂੰ ਡਕਟ ਆਫ ਬੈਲਨੀ ਕਹਿੰਦੇ ਹੈਗੇ ਆ। ਇਹ ਡਕਟ ਆਫ ਬੈਲਨੀ ਫਿਰ ਕਿੱਥੇ ਜਾ ਕੇ ਜਿਹੜੀ ਕਿ ਓਪਨ ਅਪ ਕਰਦੀ, ਰੀਨਲ ਪੈਪੀਲਾ ਦੇ ਵਿੱਚ। ਨੈਕਸਟ ਬਟ ਆਪਣੇ ਕੋਲ ਬਲੱਡ ਸਪਲਾਈ। ਨੈਫਰੋਨ ਦੇ ਵਿੱਚ ਬਲੱਡ ਸਪਲਾਈ ਕਿਸ ਤਰੀਕੇ ਨਾਲ ਹੁੰਦੀ ਆ, ਰੀਨਲ ਆਰਟਰੀ ਡਿਵਾਈਡਸ ਇੰਟੂ ਐਫਰੈਂਟ ਐਂਡ ਈਫਰੈਂਟ। ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ, ਐਫਰੈਂਟ ਐਂਟਰਸ ਕਰਦੀ ਹੈਗੀ ਆ ਅਤੇ ਈਫਰੈਂਟ ਜਿਹੜੀ ਕਿ ਲੀਵਸ ਕਰਦੀ ਹੈ ਗਲੋਮੈਰੂਲਸ ਨੂੰ। ਇਹਦਾ ਮਤਲਬ ਐਫਰੈਂਟ ਬਲੱਡ ਨੂੰ ਲੈ ਕੇ ਆਉਂਦੀ ਹੈਗੀ ਆ, ਅਤੇ ਈਫਰੈਂਟ ਕੀ ਆ ਪਿਓਰ ਬਲੱਡ ਨੂੰ ਜਿਹੜੀ ਕੀ ਆ ਡਿਫਰੈਂਟ ਪਾਰਟਸ ਤੱਕ ਜਿਹੜੇ ਕਿ ਪਾਸ ਆਨ ਕਰਵਾਉਂਦੀ ਆ। ਜਿਹੜੇ ਈਫਰੈਂਟ ਆਰਟਰੀਓਲਸ ਹੁੰਦੀਆਂ ਨੇ ਅੱਗੇ ਡਿਵਾਈਡ ਕਰਦੀਆਂ ਨੇ ਪੈਰੀਟਿਊਬਲਰ ਕੈਪਿਲਰੀਜ਼ ਦੇ ਵਿੱਚ ਨੈਟਵਰਕ। ਸਾਰੀਆਂ ਜਿਹੜੀਆਂ ਕਿ ਆਪਣੇ ਕੋਲ ਕਿ ਕੈਪਿਲਰੀਜ਼ ਹੁੰਦੀਆਂ ਨੇ ਉਹ ਇਕੱਠੀਆਂ ਹੋ ਕੇ ਕਿ ਰੀਨਲ ਵੈਨਿਊਲਸ ਪਰਫੋਰਮ ਕਰਦੀਆਂ ਨੇ, ਜਿਹੜੀਆਂ ਅੱਗੇ ਜਾ ਕੇ ਜਿਹੜੀਆਂ ਵੇਨਸ ਦੇ ਵਿੱਚ ਕਨਵਰਟ ਹੁੰਦੀਆਂ ਨੇ। ਤੁਹਾਨੂੰ ਦੱਸਦੀ ਹਾਂ ਬੇਟਾ, ਅੱਜ ਜੋ ਵੀ ਆਪਣੇ ਕੋਲ ਕੀ ਆਹ ਚੀਜ਼ਾਂ ਦਿਖਾਈਆਂ ਹੋਈਆਂ ਨੇ, ਦੀਜ਼ ਆਰ ਦਾ ਪੈਰੀਟਿਊਬਲਰ ਜਿਹੜੀਆਂ ਆਪਣੇ ਕੋਲ ਕੀ ਹੈਗੀਆਂ ਨੇ ਕੈਪਿਲਰੀਜ਼ ਹੈਗੀਆਂ ਨੇ। ਇੱਥੋਂ ਜਿਹੜੀ ਕੀ ਆ ਈਫਰੈਂਟ ਆਰਟਰੀਓਲਸ ਕੀ ਆ ਡਿਵਾਈਡ ਕਰਦੀ ਹੈਗੀ ਆ ਬਹੁਤ ਹੀ ਜਿਹੜੀਆਂ ਆਪਣੇ ਕੋਲ ਕੀ ਆ ਪਤਲੀਆਂ ਬਲੱਡ ਵੈਸਲਸ। ਇਹਨਾਂ ਬਲੱਡ ਵੈਸਲਸ ਨੂੰ ਅਸੀਂ ਕੀ ਕਹਿੰਦੇ ਹੈਗੇ, ਦੈਟ ਇਜ਼ ਦਾ ਕੈਪਿਲਰੀਜ਼। ਇਹ ਕੈਪਿਲਰੀਜ਼ ਕੀ ਆ ਇਕੱਠੀਆਂ ਜੁਆਇਨ ਕਰਦੀਆਂ ਨੇ ਵੈਨਿਊਲਸ ਦੇ ਵਿੱਚ, ਅਤੇ ਵੈਨਿਊਲ ਅੱਗੇ ਕੀ ਆ ਵੇਨਸ ਦੇ ਵਿੱਚ ਜਿਹੜੀ ਕੀ ਆ ਪਰਫੋਰਮ ਅਪ ਹੁੰਦੀ ਹੈਗੀ। ਜਿਹੜੀਆਂ ਬੇਟਾ ਆਪਣੇ ਕੋਲ ਰੀਨਲ ਆਰਟਰੀਜ਼ ਅਤੇ ਵੇਨ ਨੇ, ਇਹਦਾ ਫੰਕਸ਼ਨ ਡਿਫਰੈਂਟ ਹੁੰਦਾ ਹੈਗਾ ਸਾਡੀ ਬਾਕੀ ਜਿਹੜੀਆਂ ਕੀ ਆ ਬਲੱਡ ਦੀਆਂ ਵੈਸਲਸ ਨਾਲੋਂ। ਆਪਾਂ ਹਾਰਟ ਦੇ ਵਿੱਚ ਤਾਂ ਇਹ ਕੀਤਾ ਸੀਗਾ ਕਿ ਵੇਨ ਕੀ ਆਪਣੇ ਕੋਲ ਕੀ ਆ ਡੀਆਕਸੀਜਨੇਟਿਡ ਬਲੱਡ ਲੈ ਕੇ ਜਾਂਦੀ ਹੈਗੀ, ਅਤੇ ਆਰਟਰੀਜ਼ ਕੀ ਆਕਸੀਜਨੇਟਿਡ ਬਲੱਡ ਲੈ ਕੇ ਜਾਂਦੀਆਂ ਨੇ। ਲੇਕਿਨ ਜਿਹੜੀਆਂ ਰੀਨਲ ਆਰਟਰੀਜ਼ ਨੇ ਇਹ ਡੀਆਕਸੀਜਨੇਟਿਡ ਬਲੱਡ ਲੈ ਕੇ ਜਾਂਦੀਆਂ ਨੇ, ਜਿਹੜੀਆਂ ਰੀਨਲ ਵੇਨਸ ਨੇ ਉਹ ਆਕਸੀਜਨੇਟਿਡ ਬਲੱਡ ਜਿਹੜਾ ਕੀ ਆ ਡਿਫਰੈਂਟ ਬਾਡੀ ਪਾਰਟਸ ਤੱਕ ਜਿਹੜਾ ਕੀ ਆ ਪਰਫੋਰਮ ਅਪ ਕਰਦੀਆਂ ਹੈਗੀਆਂ।
थैंक यू बेटा।